ਕੁਦਰਤ ਦਾ ਨਿਜ਼ਾਮ, ਪ੍ਰਕਿਰਤੀ ਦਾ ਨਿਯਮ, ਪਰਮਾਤਮਾ ਦਾ ਹੁਕਮ, ਹੀਰਾ ਭਾਵੇਂ ਕਿਤਨਾ ਕੀਮਤੀ ਹੈ, ਪਰ ਮਿਲਦਾ ਹੈ, ਨਿਕਲਦਾ ਹੈ ਕੋਲਿਆਂ ਦੀ ਖਾਣ 'ਚ। ਹੈਰਾਨਗੀ ਹੋ ਜਾਂਦੀ ਹੈ, ਜਿੱਥੇ ਇਤਨੀ ਕਾਲਕ, ਕੋਲੇ ਹੀ ਕੋਲੇ, ਹੀਰੇ ਉੱਥੋਂ ਹੀ ਮਿਲਦੇ। ਹੀਰਿਆਂ ਦੀ ਪ੍ਰਾਪਤੀ ਉੱਥੋਂ ਹੀ ਹੁੰਦੀ। ਸੰਸਾਰ ਵਿੱਚ ਬੇਸ਼ਤਰ ਹੀਰੇ ਜਿਨ੍ਹਾਂ ਨੇ ਜਗਤ ਨੂੰ ਧਾਰਮਿਕ ਰੋਸ਼ਨੀ ਦਿੱਤੀ, ਅਧਿਆਤਮਿਕ ਗਿਆਨ ਦਿੱਤਾ, ਰੱਬ ਨਾਲ ਜੁੜਨ ਦੇ ਸਾਧਨ ਦਿੱਤੇ, ਮੁਖਲਸੀ ਦੀ ਕਾਲਕ ਵਿੱਚ ਪੈਦਾ ਹੋਏ, ਗਰੀਬੀ ਦੀ ਦਲਦਲ ਵਿੱਚ ਪੈਦਾ ਹੋਏ, ਜੈਸੇ ਕਮਲ ਚਿੱਕੜ ਵਿੱਚ ਪੈਦਾ ਹੁੰਦਾ ਹੈ। ਬੜੇ ਮਹਾਨ ਇਸ ਤਰ੍ਹਾਂ ਦੇ ਕਮਲ ਦੇ ਫੁੱਲ ਜਿਨ੍ਹਾਂ ਨੇ ਅਧਿਆਤਮਿਕ ਗੁਣਾਂ ਨਾਲ ਮਾਹੌਲ ਮੁਅੱਤਰ ਕੀਤਾ, ਗਰੀਬੀ ਦੀ ਦਲਦਲ ਵਿੱਚ ਪੈਦਾ ਹੋਏ, ਮੁਖਲਸੀ ਦੀ ਦਲਦਲ ਵਿੱਚ ਪੈਦਾ। ਜਿੰਨੇ ਭਗਤ ਬੈਠੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ, ਸਿਰਫ ਪੀਪਾ ਜੀ ਨੂੰ ਛੱਡ ਕੇ ਬਾਕੀਆਂ ਦੀ ਤੇ ਬੜੀ ਮੁਸ਼ਕਿਲ ਨਾਲ ਉਪਜੀਵਕਾ ਹੀ ਚੱਲਦੀ ਸੀ। ਕਿਰਤੀ ਸਨ, ਮਿਹਨਤ ਕਰਦੇ ਸਨ, ਬੜੀ ਮੁਸ਼ਕਿਲ ਨਾਲ ਰੋਟੀ ਪਾਣੀ ਦਾ ਗੁਜ਼ਾਰਾ ਚੱਲਦਾ ਸੀ। ਇੱਕ ਗਰੀਬੀ, ਦੂਸਰੀ ਯਤੀਮੀ। ਬਚਪਨ ਦੇ ਵਿੱਚ ਮਾਂ ਦਾ ਸਾਇਆ, ਪਿਤਾ ਦਾ ਸਾਇਆ ਜਾਂਦਾ, ਇਹ ਦੂਜੀ ਮੁਖਲਸੀ, ਇਹ ਦੂਜੀ ਗਰੀਬੀ। ਧਨ ਦਾ ਸਹਾਰਾ ਤੇ ਨਹੀਂ ਹੈ ਮੁਖਲਸੀ, ਪਿਤਾ ਦਾ ਸਹਾਰਾ ਵੀ ਨਹੀਂ, ਮਾਂ ਦੀ ਟੇਕ ਵੀ ਕੋਈ ਨਹੀਂ। ਲੇਕਿਨ ਇਸ ਮਾਸੂਮ ਬਾਲਕ ਨੇ ਉਸਦੀ ਟੇਕ ਪਕੜੀ ਜਿਹਦੇ ਆਸਰੇ ਤੇ ਸਾਰਾ ਬ੍ਰਹਿਮੰਡ, ਉਸਦਾ ਆਸਰਾ ਪਕੜਿਆ ਜਿਸ ਤੋਂ ਬਾਅਦ ਮਨੁੱਖ ਕਦੀ ਬੇਆਸਰਾ ਹੁੰਦਾ ਹੀ ਨਹੀਂ, ਬਲਕਿ ਸਾਰੀ ਦੁਨੀਆ ਦਾ ਆਸਰਾ ਬਣ ਜਾਂਦਾ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਐਸਾ ਹੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਉਂਗਲ ਪਕੜੀ, ਉਹਨਾਂ ਦੀ ਕਦਮ ਬੋਸੀ ਹਾਸਲ ਹੋਈ, ਔਰ ਆਪ ਆਪਣੀ ਅਵਸਥਾ ਇੰਝ ਬਿਆਨ ਕਰਦੇ ਨੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛ। ਮੁਖਲਿਸ ਵੀ ਸੀ ਮੈਂ, ਯਤੀਮ ਵੀ ਸੀ, ਨਾ ਮਾਂ ਨਾ ਪਿਤਾ। ਬਹੁਤ ਸੋਹਣਾ ਬਿਆਨ ਕਰ ਰਹੇ ਨੇ ਆਪਣੀ ਅਸਲੀਅਤ। ਜੋ ਹਮਾਰੀ ਵਿਦ ਹੋਤੀ ਮੇਰੇ ਸਤਿਗੁਰਾ, ਜੋ ਮੇਰੀ ਹਾਲਤ ਸੀ, ਜੋ ਵਿਦ ਹੋਤੀ ਹਮਰੀ ਮੇਰੇ ਸਤਿਗੁਰਾ, ਸਭ ਵਿਦ ਤੁਮ ਹਰ ਜਾਣੋ ਆਪੇ। ਤੁਹਾਨੂੰ ਪਤਾ ਮੈਂ ਕੀ ਸੀ। ਫਿਰ ਦੱਸਦੇ ਨੇ ਮੈਂ ਕੀ ਸੀ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਏ ਹਮ ਥਾ। ਕਹਿੰਦੇ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਕਿਰਪਾ, ਬਖਸ਼ਿਸ਼ ਦੇ ਪਾਤਰ ਬਣੇ, ਇਤਨੇ ਪਾਤਰ ਬਣੇ, ਆਪ ਦਾਮਾਦ ਬਣੇ ਕਿ ਇੱਥੋਂ ਦੀ ਭਾਰਤੀ ਪਰੰਪਰਾ ਦੇ ਮੁਤਾਬਕ, ਸਮਾਜਿਕ ਪਰੰਪਰਾ ਦੇ ਮੁਤਾਬਕ ਗੁਰੂ ਅਮਰਦਾਸ ਜੀ ਮਹਾਰਾਜ ਨੇ ਪੁੱਛ ਹੀ ਲਿਆ, ਤੈਨੂੰ ਕੀ ਗਈ? ਪ੍ਰਾਚੀਨ ਜ਼ਮਾਨੇ 'ਚ ਐਸਾ ਵੀ ਪੁੱਛ ਲੈਂਦੇ ਸਨ, ਬੱਚੇ ਦੇ ਆਨੰਦ ਕਾਰਜ ਤੋਂ ਬਾਅਦ ਕਰੀਬਨ ਵਕਤ ਕਰ ਦਿੱਤਾ ਜਾਂਦਾ ਸੀ।
ਬੱਚੀ ਦੇ ਮਾਂ-ਬਾਪ, ਬੱਚੇ ਦੇ ਮਾਂ-ਬਾਪ ਦੋਵਾਂ ਕੋਲ ਪੁੱਛਦੇ ਸਨ, ਅਸੀਂ ਆਪਣੇ ਕੋਲੋਂ ਤੁਹਾਨੂੰ ਕੀ ਦਈਏ ਤਾਂ ਕਿ ਆਪਣੀ ਜ਼ਿੰਦਗੀ ਬਤੀਤ ਕਰ ਸਕੀਏ। ਇਸੇ ਹੀ ਪਰੰਪਰਾ ਦੇ ਮੁਤਾਬਕ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਪੁੱਛ ਲਿਆ, 10 ਬੇਟੇ ਇਹਨੂੰ ਕੀ ਦੇ ਗਏ, ਕੀ ਚਾਹੀਏ? तो गुरु रामदास जी महाराज की मंग, हर प्रभ मेरे बाबदा, हर देवो दान मैं दान, हर कपड़ देव, हर शोभा देव, जित सबरे मेरा का। मैनू दाज दे कुछ देना, मेरी उपजीविका, मेरी जिंदगी चलाने वास्ते, ते मेरी झोली दे प्रभु का नाम ही। इस तो पता चलता है कि बालक बुढ़ा पैदा होया सी, जैसे मैं कल अर्ज की थी। कुछ तो बच्चों की तरह पैदा होंदे ने, बच्चों की तरह ही मर जाते। कुछ बजुर्गों की तरह जीवते ने, संसार विच बजुर्ग ही बनते हैं, ते समूह ब्रह्मंड के बजुर्ग परिपूर्ण परमात्मा च लीन हो। कुछ बच्चों की तरह ही जमते ने, बच्चों की तरह ही मर जाते। की होया, 80-90 साल की उम्र है, अकल तक भी नहीं, अजे भी ताश पिया खेड रहे। तो जे पूछिए की कर रहे हैं, कहता समा पास पे करते हैं। हम इस को पूछो समा है भी सही तेरे? समा पास करते ने बच्चे खेड के, समय नूं सफल करते ने महापुरुष प्रभु का नाम जप के जपा। बच्चे की पहचान समा पास करना है, महापुरुष की पहचान समय नूं सफल करना, समय की सही वरतों कर लेना, समय नूं सफल कर लेना है। ऐसी एक महान सफल आत्मा का अज दे दिन आगमन होया। धन गुरु रामदास जी महाराज की देन, सब तो वड्डा संसार का यह तीरथ रूहे जमीन में ऐसा नहीं है कि धन गुरु रामदास जी महाराज की देन, उन्होंने बख्शिश। अज दे दिन जो मुखवाक आया कि पहले पातशाह धन गुरु नानक देव जी महाराज, कौम की एक बदकिस्मती जरूर है कि ननकाना साहब जिथे साडे कोल चला गया, गुरु नानक देव जी महाराज का जन्म स्थान, उत्थे गुरु रामदास जी महाराज का जन्म स्थान भी चला गया, चूना मंडी लाहौर। कि पंजाब गुरुआं की धरती सी, पंजाब की वंड कि गुरुओं की धरती की वंड हो। 60% पंजाब चला गया, सिर्फ 40% धरती। बड़े बड़े कीमती स्थान भावें अज सानू 50-55 साल हो गए ने अरदास करते हैं, हे दाता जेड़े जेड़े गुरुधाम गुरु तीरथ पंथ तो विछोड़े गए ने, उन्हों की सेवा संभाल के खुले दर्शन दीदार सुभाव प्राप्त कराओ, बख्शिश। मैं सच समझदा कि अरदासां व्यर्थ ते नहीं जाणगियां, किसी दिन सार्थक होण। ये बीज किसी दिन वृक्ष बने। ये जो रूहे जमीन ते सारी दुनिया के गुरुद्वारियां च ये बीज जो अरदास के रूप में बोया जा रहा है, निष्फल नहीं जाएगा, ऐसी मेरी आत्मा कहती है। पहले पातशाह जी ने अज जो एक मुखवाक बख्शिश किया है, इस दे विच जो धन के प्रभाव हेठ जींदा है, धर्म नूं कुछ समझदा नहीं, धर्म तो प्रभावित नहीं,
दो नुकते दास दे सुन लेना तो मैं माफ़ी भी मंग लेना। जो सिर्फ धन तो प्रभावित है, धर्म का उसके उत्ते कोई असर नहीं, चाहे वह पढ़ा लिखा है, चाहे वह अनपढ़ है, चाहे उच्ची कुल दे चाहे छोटी कुल दे, चाहे चोर जरूर हो, चोर जरूर। धन का प्रभाव इसनों बेईमान जरूर बना, धन का प्रभाव इसनों चोर जरूर बना, धन का प्रभाव इसनों ठग जरूर बना। धन का ही प्रभाव धर्म का नहीं है, इनू डकैत जरूर बना। और मैनू कहण देना, संसार के चोरां नाल भर गया, डकैतां नाल भर गया, बेईमानां नाल भर गया। केवल धन का प्रभाव, अगर धर्म का प्रभाव है तो ये धर्म मनुष्य को संत बना देगा, राजयोगी बना देगा। धर्म उसके जीवन का आधार होगा, धन उहदे चरना की सेवक दासी होगी। ये माया धन उसके वरतन वलेवे लगी, पर धन तो ही प्रभावित है, धर्म की कोई गल नहीं कि चोर हो जाए। ये गल वखरी है, हम इन्हां चोरां नूं कोई शरीफ आखे, कारोबारी आखे, राजनैतिक आखे, कुछ भी आखे। एक वड्डा मुल्क छोटे मुल्क नूं लुट रहा है। अगर देखोगे सिर्फ इतना है, कोई एक मनुख नूं लुट रहा है, कोई एक परिवार नूं लुट रहा है, कोई एक कौम नूं लुट रहा है, कोई एक देश नूं लुट रहा है। और रूहे ज़मीन पे ऐसे भी देश ने जो सारे ही देशों को लुट रहे। ताकत ज्यादा है, शक्ति ज्यादा है, लुटण के ढंग ने, वो जोड़े ढंग ने किधरे राजनीति कहलाते हैं, किधरे कारोबार कहलाते हैं, बिजनेस कहलाते हैं, किधरे कुछ तो किधरे कुछ। अगर बिजनेस के बेईमानी है तो उन्होंने बिजनेस कहने की की लोड़ है, कारोबार कहने की लोड़ है, चोरी। कि जे राजनीति के छीना जपती है तो इन्हों नीति कहने की लोड़ है, चोरी। धन का ही प्रभाव है, धर्म की कोई गल नहीं। फिर सुन लेना, ये मनुष्य चोर हो गए।